ਸਤਿ ਸ਼੍ਰੀ ਅਕਾਲ ਸਕਾਈ ਨਿਊਜ਼ ਪੰਜਾਬ ਤੇ ਤੁਹਾਡਾ ਸਵਾਗਤ ਕਰਦਾ ਮੈਂ ਕੋਮਲ ਸਿੰਗਲਾ। ਪੰਜਾਬ ਦੀ ਮੌਜੂਦਾ ਸੱਤਾਧਾਰੀ ਪਾਰਟੀ ਕਾਂਗਰਸ ਦੇ ਵਿਚਕਾਰ ਜਿਹੜਾ ਕਾਟੋ ਕਲੇਸ਼ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਉਹ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਤੁਹਾਨੂੰ ਦੱਸ ਦਈਏ ਕੈਪਟਨ ਅਮਰਿੰਦਰ ਸਿੰਘ ਬਤੌਰ ਮੁੱਖ ਮੰਤਰੀ ਅਹੁਦਾ ਛੱਡ ਚੁੱਕੇ ਨੇ। ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਣ ਚੁੱਕੇ ਨੇ। ਨਵਜੋਤ ਸਿੱਧੂ ਪੰਜਾਬ ਪ੍ਰਧਾਨ ਨੇ ਇਸ ਵੇਲੇ ਕਾਂਗਰਸ ਦੇ। ਪਰ ਨਵਜੋਤ ਸਿੱਧੂ ਵੱਲੋਂ ਪਹਿਲੇ ਦਿਨ ਤੋਂ ਇੱਕੋ ਹੀ ਮੁੱਦਾ ਜਿਹੜਾ ਉਹ ਕਹਿ ਰਹੇ ਨੇ 7 ਸਾਲ ਤੋਂ ਮੈਂ ਬੇਅਦਬੀ ਤੇ ਬਹਿਬਲ ਕਲਾ ਜਿਹੜੇ ਮੁੱਦੇ ਦੇ ਉੱਤੇ ਅਕਾਲੀਆਂ ਨੂੰ ਸਭ ਤੋਂ ਪਹਿਲਾਂ ਘੇਰਿਆ, ਫਿਰ ਕੈਪਟਨ ਸਰਕਾਰ ਨੂੰ ਘੇਰਿਆ ਤੇ ਅੱਜ ਜਿਹੜਾ ਹੈਗਾ ਨਵਜੋਤ ਸਿੱਧੂ ਹੋਰਾਂ ਵੱਲੋਂ ਚੰਨੀ ਸਰਕਾਰ ਨੂੰ ਘੇਰਦੇ ਹੋਏ ਕਿਹਾ ਗਿਆ ਕਿ ਇਸ ਮੁੱਦੇ ਦਾ ਹੱਲ ਕਰਨਾ ਸਭ ਤੋਂ ਪਹਿਲੀ ਜ਼ਿੰਮੇਵਾਰੀ ਬਣਦੀ ਹੈ। ਇਸ ਬਾਰੇ ਜ਼ਿਆਦਾ ਜਾਣਕਾਰੀ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸਾਡੇ ਪੋਲੀਟੀਕਲ ਐਡੀਟਰ ਨੀਲ ਭਲਿੰਦਰ ਜੀ। ਨੀਲ ਜੀ, ਕਿਵੇਂ ਦੇਖਦੇ ਹੋ ਜਿਹੜਾ ਨਵਜੋਤ ਸਿੰਘ ਸਿੱਧੂ ਹੋਰਾਂ ਵੱਲੋਂ ਤਿੱਖੇ ਸ਼ਬਦੀ ਹਮਲੇ ਜਿਹੜੇ ਨੇ ਅੱਜ ਚੰਨੀ ਸਰਕਾਰ ਤੇ ਕੀਤੇ ਗਏ ਨੇ? ਦੇਖੋ, ਨਵਜੋਤ ਸਿੰਘ ਸਿੱਧੂ ਜਿਸ ਤਰ੍ਹਾਂ ਦੇ ਪੋਲੀਟੀਸ਼ੀਅਨ ਨੇ, ਜਿਸ ਤਰ੍ਹਾਂ ਦੀ ਉਹ ਪੋਲਿਟਿਕਸ ਕਰਦੇ ਨੇ, ਇਸ ਤਰ੍ਹਾਂ ਦਾ ਸ਼ਾਇਦ ਪੋਲੀਟੀਸ਼ੀਅਨ ਆਪਾਂ ਨੂੰ ਕੋਈ ਇਸ ਸਮੇਂ 'ਚ ਤਾਂ ਨਜ਼ਰ ਨਹੀਂ ਆਉਂਦਾ ਜੀ। ਆਲੇ ਦੁਆਲੇ ਜਿੰਨੇ ਕੁ ਪੋਲੀਟੀਸ਼ੀਅਨਾਂ ਨੂੰ ਅਸੀਂ ਜਾਣਦੇ ਹਾਂ ਜਾਂ ਜਿੰਨੇ ਕੁ ਬਾਰੇ ਸਾਨੂੰ ਪਤਾ ਹੈ ਕਿ ਕਿਸ ਦੀ ਕੰਮ ਕਰਨ ਦੀ ਸ਼ੈਲੀ ਕਿਸ ਤਰ੍ਹਾਂ ਦੀ ਹੈ, ਕਿਸ ਤਰ੍ਹਾਂ ਦੀ ਹੈ ਜੀ। ਨਵਜੋਤ ਸਿੰਘ ਸਿੱਧੂ ਦੀ ਬਦੌਲਤ ਇੱਕ ਗੱਲ ਤਾਂ ਹੈ ਨਾ ਕਿ ਸਰਕਾਰਾਂ, ਸਿਆਸਤਦਾਨ ਜਾਂ ਪ੍ਰਸ਼ਾਸਨ, ਅਦਾਲਤਾਂ ਇਹ ਕਿਸ ਤਰ੍ਹਾਂ ਚੱਲਦੀਆਂ ਨੇ, ਇਹਨਾਂ 'ਚ ਕਿਸ ਤਰ੍ਹਾਂ ਜਿਹੜੀਆਂ ਨੇ ਇਸ ਤਰ੍ਹਾਂ ਦੀਆਂ ਕੁਝ ਕੂਟਨੀਤੀਆਂ ਖੇਡ ਲਈਆਂ ਜਾਂਦੀਆਂ ਨੇ ਜਿਹੜੀਆਂ ਆਮ ਬੰਦੇ ਨੂੰ ਤਾਂ ਦੂਰ ਨੇੜੇ ਤੱਕ ਵੀ ਸਮਝ ਆਉਣੀਆਂ ਬੜੀਆਂ ਮੁਸ਼ਕਲ ਨੇ, ਉਦੋਂ ਤੱਕ ਪਹੁੰਚਣੀਆਂ ਵੀ ਮੁਸ਼ਕਲ ਨੇ ਜੀ। ਹੁਣ ਦੇਖੋ, ਜਿਸ ਤਰ੍ਹਾਂ ਤਕਨੀਕੀ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਨੇ ਇਹ ਸਵਾਲ ਚੱਕੇ ਨੇ ਕਿ SLP ਕਿਉਂ ਨਹੀਂ ਦਾਖਲ ਕੀਤੀ ਗਈ ਜੀ, ਜਾਂ ਫਿਰ ਸੁਮੇਧ ਸੈਣੀ ਦੀ ਜਿਹੜੀ ਬਲੈਂਕਟ ਬੇਲ ਹੈ ਉਸ ਦੇ ਬਾਰੇ ਜਦੋਂ ਹਾਈ ਕੋਰਟ ਨੇ ਨਵੀਂ ਸਿੱਟ ਬਣਾਉਣ ਦਾ ਕਹਿ ਦਿੱਤਾ ਕਿ 6 ਹਫ਼ਤੇ ਦੇ ਅੰਦਰ ਕਹਿ ਦਿੱਤਾ ਕਿ ਇਸ ਦੀ ਜਿਹੜੀ ਹੈਗੀ ਆ ਰਿਪੋਰਟ ਆਉਣੀ ਚਾਹੀਦੀ ਹੈ ਤੇ ਸਰਕਾਰ ਜਿਹੜੀ ਹੈਗੀ ਹੈ ਇਸ ਤੋਂ ਪਰੇ ਰਹੇਗੀ ਜੀ। ਪਰ ਸਰਕਾਰ ਇੰਨਾ ਕੁ ਪਰੇ ਰਹਿ ਗਈ ਕਿ 6 ਮਹੀਨੇ ਹੀ ਲੰਘ ਗਏ ਜੀ। ਅੱਜ 6 ਮਹੀਨੇ ਤੋਂ ਅਗਲਾ ਦਿਨ ਚੜ੍ਹ ਗਿਆ ਤਾਂ ਨਵਜੋਤ ਸਿੱਧੂ ਨੇ ਅੱਜ ਦੇ ਦਿਨ ਦੀ ਵੇਟ ਕੀਤੀ। ਮਤਲਬ ਜਿਹੜੀਆਂ ਗੱਲਾਂ ਨਵਜੋਤ ਸਿੱਧੂ ਪਬਲਿਕ ਡੋਮੇਨ 'ਚ ਕਰ ਜਾਂਦੇ ਨੇ ਜੀ, ਇਹ ਅੱਜ ਤੱਕ ਪਬਲਿਕ ਡੋਮੇਨ 'ਚ ਨਹੀਂ ਆਈ ਸੀ। ਇੰਨੀਆਂ ਬਰੀਕ ਗੱਲਾਂ, ਇੰਨੀਆਂ ਕੂਟਨੀਤੀਆਂ, ਜਿੱਦਾਂ ਆਪਾਂ ਕਹਿੰਦੇ ਨਹੀਂ ਹੁੰਦੇ ਕਿ ਬਾਬੂਆਂ ਦੇ ਧੱਕੇ ਨਾ ਚੜ੍ਹ ਜਿਓ ਜੀ, ਵੀ ਬਾਬੂ ਦਾ ਕੀਤਾ ਪਤਾ ਵੀ ਨਹੀਂ ਲੱਗਦਾ ਹੈਗਾ ਜਿਹੜੇ ਦਾ ਪੇਚਾਂ 'ਚ ਬਾਬੂ ਕਰ ਜਾਂਦੇ ਨੇ। ਤਾਂ ਜਿਹੜਿਆਂ ਦੇ ਉੱਤੇ, ਜਿਹੜੇ 2 ਬਾਬੂਆਂ ਦੇ ਉੱਤੇ ਨਵਜੋਤ ਸਿੱਧੂ ਨੇ ਨਿਸ਼ਾਨਾ ਸਾਧਿਆ ਜੀ, ਐਡਵੋਕੇਟ ਜਨਰਲ ਪੰਜਾਬ ਤੇ DGP ਪੰਜਾਬ ਜੀ, ਉਹਨਾਂ ਦੀ ਜਿਹੜੀ ਹੈਗੀ ਹੈ ਉਹ ਲੈ ਕੇ ਬਹਾਨੇ ਨਾਲ ਜਿਹੜਾ ਉਹਨਾਂ ਦਾ ਰੈਫਰੈਂਸ ਲੈ ਕੇ ਸਾਧਿਆ ਤਾਂ ਨਿਸ਼ਾਨਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਹੈ ਜੀ, ਗ੍ਰਹਿ ਮੰਤਰੀ ਜਿਹੜੇ ਹੈਗੇ ਨੇ ਸੁਖਜਿੰਦਰ ਸਿੰਘ ਰੰਧਾਵਾ ਤੇ ਹੈ ਜੀ। ਪਰ ਉਹ ਬਾਬੂਆਂ ਨੇ ਇਸ ਤਰੀਕੇ ਨਾਲ ਜਿਹੜਾ ਹੈਗਾ ਚੀਜ਼ਾਂ ਨੂੰ ਮੈਨੇਜ ਕਰਕੇ ਦਿਖਾਇਆ, ਜਿਹੜੀਆਂ ਨਵਜੋਤ ਸਿੱਧੂ ਨੇ ਫੜ ਲਈ ਆ ਤੇ ਉਹਨੇ ਪਬਲਿਕ ਡੋਮੇਨ 'ਚ ਪਾ ਦਿੱਤੀਆਂ ਜੀ। ਇਹ ਤਾਂ ਗੱਲ ਸਪਸ਼ਟ ਹੈ ਜੀ ਕਿ ਇਸ 'ਚ ਜਿਹੜਾ ਪਬਲਿਕ ਨੂੰ ਤਾਂ ਘੱਟੋ ਘੱਟ ਚੀਜ਼ਾਂ ਪਤਾ ਲੱਗਣ ਲੱਗੀਆਂ ਨਾ, ਕਿ ਆਪਾਂ ਕਹਿੰਦੇ ਆ ਕਿ ਇੰਨੇ ਸਾਲ ਜਿਹੜੇ ਨੇ ਕੇਸ ਅਦਾਲਤਾਂ 'ਚ ਚੱਲਦੇ ਰਹਿੰਦੇ ਨੇ ਜੀ, ਇੰਨੇ ਸਾਲ ਜਿਹੜਾ ਕਾਰਵਾਈ ਨਹੀਂ ਹੁੰਦੀ, ਡੱਕਾ ਨਹੀਂ ਟੁੱਟਦਾ ਜੀ। ਉਹਦਾ ਕਾਰਨ ਇਹ ਹੁੰਦਾ ਹੈ ਕਿ ਫਾਈਲ ਨਹੀਂ ਤੁਰਦੀ। ਉਹ ਫਾਈਲ ਨੂੰ ਪਹੀਏ ਨਹੀਂ ਲੱਗੇ ਹੁੰਦੇ, ਉਹ ਫਾਈਲ ਦੇ ਪਹੀਏ ਜਿਹੜੇ ਨੇ ਉਹਨਾਂ ਨੂੰ ਕਦੇ ਗਰੀਸ ਨਹੀਂ ਕੀਤਾ ਜਾਂਦਾ, ਉਹਨਾਂ ਨੂੰ ਜਾਮ ਕਰ ਦਿੱਤਾ ਜਾਂਦਾ ਹੈ। ਤੁਹਾਨੂੰ ਲੱਗਦਾ ਕਿ ਨਵਜੋਤ ਸਿੱਧੂ ਜਿਹੜੇ ਨੇ ਬੇਅਦਬੀ ਦੀ ਫਾਈਲ ਦੀ ਗੱਲ ਕਰ ਲਈ ਆਪਾਂ ਜਾਂ ਬਹਿਬਲ ਕਲਾ ਗੋਲੀकांड ਦੀ ਗੱਲ ਕਰੀਏ, ਉਸ ਫਾਈਲ ਨੂੰ ਧੱਕਾ ਲਾਉਣ ਦਾ ਕੰਮ ਕਰ ਰਹੇ ਨੇ। ਉਹ ਕਹਿੰਦੇ ਮੈਂ ਪਿਛਲੇ 7 ਸਾਲ ਤੋਂ ਹੀ ਕੰਮ ਕਰ ਰਿਹਾ। ਇਸ ਮੁੱਦੇ ਤੇ ਜਿੰਨੀਆਂ ਵੀ ਫਾਈਲਾਂ ਨੇ ਜੀ, ਉਹਨਾਂ ਨੇ ਸਾਰਿਆਂ ਨੂੰ ਧੱਕਾ ਲਾਉਣ ਦੀ ਕੋਸ਼ਿਸ਼ ਕੀਤੀ ਹੋਈ ਹੈ ਜੀ। ਚਾਹੇ ਮੁੱਖ ਜਿਹੜੇ ਨੇ ਇਸ ਗੱਲ ਦੇ ਅਕਿਊਜ਼ਡ ਸਾਬਕਾ DGP ਸੁਮੇਧ ਸਿੰਘ ਸੈਣੀ ਨੂੰ ਰਾਹਤਾਂ ਮਿਲਣੀਆਂ, ਅਦਾਲਤਾਂ 'ਚੋਂ ਰਾਹਤਾਂ ਮਿਲਣੀਆਂ, ਤੇ ਕਿੱਥੇ ਸਰਕਾਰੀ ਵਕੀਲਾਂ ਨੇ ਟੱਕਰ ਦੇਣੀ ਸੀ, ਕਿੱਥੇ ਸੁਮੇਧ ਸੈਣੀ ਦੇ ਵਕੀਲਾਂ ਨੂੰ ਜਿਹੜਾ ਹੈਗਾ ਢਾਹ ਲਾਣੀ ਸੀ ਅਦਾਲਤ ਦੇ ਵਿੱਚ ਲੜਾਈ ਲੜਦੇ ਹੋਏ, ਉੱਥੇ ਜਿਹੜਾ ਹੈਗਾ ਉਹ ਲੱਗੀ ਨਹੀਂ ਜਾਂ ਲਾਈ ਨਹੀਂ ਗਈ, ਜਾਂ ਕਿਸੇ ਕਾਰਨ ਜਿਹੜਾ ਹੈਗਾ ਉਸ 'ਚ ਦੇਰੀਆਂ ਜਾਣਬੁੱਝ ਕੇ ਹੋਈਆਂ ਜਾਂ ਕਿਸ ਤਰ੍ਹਾਂ ਹੋਈਆਂ ਨੇ। ਪਰ ਉਸ ਦਾ ਜਿਹੜਾ ਇੱਕ ਸਿੱਧਾ ਇੱਕ ਨਤੀਜਾ ਨਿਕਲਦਾ ਹੈ, ਉਹ ਨਤੀਜਾ ਅੱਜ ਸਾਡੇ ਸਾਹਮਣੇ ਹੈ ਕਿ ਨਵਜੋਤ ਸਿੱਧੂ ਨੇ ਇੱਕ ਨਪੀ ਤੁਲੀ ਭਾਸ਼ਾ ਦੇ ਵਿੱਚ ਜਿਹੜਾ ਉਹ ਚੀਜ਼ਾਂ ਜਨਤਕ ਕਰ ਦਿੱਤੀਆਂ, ਨਿਰਉੱਤਰ ਕਰ ਦਿੱਤਾ। ਨਹੀਂ ਤਾਂ ਹੁਣ ਤੱਕ ਜਿਹੜਾ ਹੈਗਾ ਸਰਕਾਰ ਦਾ ਜਵਾਬ ਆਉਣਾ ਚਾਹੀਦਾ ਸੀ ਇਸ ਗੱਲ ਤੇ। ਜੇ ਵਿਰੋਧੀ ਧਿਰਾਂ ਵੀ ਗੱਲ ਕਰ ਰਹੀਆਂ ਨੇ ਤਾਂ ਵਿਰੋਧੀ ਧਿਰਾਂ ਕੋਲ ਵੀ ਇਸ ਗੱਲ ਨੂੰ ਫੜਨ ਦਾ ਮਤਲਬ ਉਹਨਾਂ ਨੂੰ ਪਤਾ ਹੈ ਕਿ ਇਹ ਚੀਜ਼ ਕਿਉਂ ਹੋਈ ਹੈ, ਕਿਵੇਂ ਹੋਈ ਹੈ, ਕਿਵੇਂ ਚੀਜ਼ਾਂ ਜਿਹੜੀਆਂ ਚੱਲਦੀਆਂ ਨੇ, ਕਿਵੇਂ ਐਡਵੋਕੇਟ ਜਨਰਲ ਵੀ ਉਹੀ ਆ ਜਾਂਦੇ ਨੇ ਜਿਹੜੇ ਕਦੇ ਉਹਨਾਂ ਦੇ ਵਕੀਲ ਰਹੇ ਨੇ ਜਿਹੜੇ ਇਸੇ ਕੇਸ ਦੇ ਮੁਲਜ਼ਮ ਨੇ। ਤਾਂ ਇਹ ਚੀਜ਼ਾਂ ਜਿਹੜੀਆਂ ਨੇ ਇਹਨਾਂ ਦਾ ਜਿਹੜਾ ਨਤੀਜਾ ਹੀ ਸੀ ਕਿ ਜਿਹੜਾ ਅੱਜ ਨਵਜੋਤ ਸਿੰਘ ਸਿੱਧੂ ਨੇ ਜਨਤਾ ਦੇ ਸਾਹਮਣੇ ਰੱਖ ਦਿੱਤਾ ਹੈ, ਉਸ ਨੂੰ ਇੱਕ
ਇਤਿਹਾਸ ਦਾ ਹਿੱਸਾ ਵੀ ਬਣਾ ਦਿੱਤਾ ਹੈ ਜੀ। ਕਿ ਕਿਸ ਤਰ੍ਹਾਂ ਜਿਹੜਾ ਹੈਗਾ ਸਮੇਂ ਸਿਰ ਕੰਮ ਨਾ ਕਰਨਾ ਤੇ ਸਮੇਂ ਸਿਰ ਕੰਮ ਨਾ ਕਰਕੇ ਕੰਮ ਨੂੰ ਡਿਲੇ ਕਰਨਾ, ਜੀ ਕਿਸ ਤਰ੍ਹਾਂ ਕਿਸੇ ਨੂੰ ਦੱਸੇ ਬਿਨਾ, ਕਿਸ ਤਰ੍ਹਾਂ ਕਿਸੇ ਨੂੰ ਭਿਣਕ ਵੀ ਲੱਗੇ ਬਿਨਾ ਜਿਹੜਾ ਹੈ ਕਿਸੇ ਦੀ ਮਦਦ ਕਰ ਜਾਣਾ, ਜੀ। ਕਿਸੇ ਵਿਰੋਧੀ ਦੀ ਹੀ ਮਦਦ ਕਰ ਜਾਣਾ। ਜੀ ਕੀ ਕਾਰਨ ਕੀ ਮੰਨਦੇ ਹੋ ਕਿ ਨਵਜੋਤ ਸਿੱਧੂ ਹੋਰਾਂ ਵੱਲੋਂ ਇੱਕ ਪਾਸੇ ਤਾਂ ਮੁੱਖ ਮੰਤਰੀ ਦਾ ਵਿਧਾਨ ਸਭਾ ਸੈਸ਼ਨ ਚੱਲ ਰਿਹਾ ਹੋਵੇ, ਸਪੈਸ਼ਲ ਇਜਲਾਸ ਬੁਲਾਇਆ ਗਿਆ ਹੋਵੇ, ਦੂਜੇ ਪਾਸੇ ਠੀਕ ਉਸੇ ਸਮੇਂ ਤੇ ਨਵਜੋਤ ਸਿੱਧੂ ਹੋਰਾਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਆਪਣੀ ਸਰਕਾਰ ਤੇ ਨਿਸ਼ਾਨੇ ਸਾਧੇ ਜਾ ਰਹੇ ਨੇ? ਕੀ ਕੋਈ ਨਿਸ਼ਾਨਾ ਲੱਗਦਾ ਕਿ ਕੋਈ ਇਸ ਤੋਂ ਕੁਝ ਅੰਦੇਸ਼ਾ ਹੋ ਰਿਹਾ ਹੋਵੇ ਤੁਹਾਨੂੰ? ਦੇਖੋ, ਇੱਕ ਗੱਲ ਤਾਂ ਉਹਨਾਂ ਨੇ ਆਪ ਹੀ ਗੱਲ ਸਪਸ਼ਟ ਕੀਤੀ ਹੈ ਤਕਨੀਕੀ ਤੌਰ ਤੇ ਜੀ ਕਿ 7 ਤਰੀਕ ਨੂੰ 7 ਮਈ ਵਾਲੇ ਜਿਹੜਾ ਆਰਡਰ ਸੀਗਾ ਜੀ ਉਸ ਨੂੰ 7 ਤਰੀਕ ਨੂੰ ਜਿਹੜਾ ਹੈਗਾ 6 ਮਹੀਨੇ ਪੂਰੇ ਹੋਏ ਨੇ ਜੀ ਬਿਲਕੁਲ। ਤੇ ਉਹਨਾਂ ਨੇ ਅਗਲੇ ਦਿਨ ਕੁਦਰਤੀ 7 ਤਰੀਕ ਐਤਵਾਰ ਸੀ ਤਾਂ ਅਗਲਾ ਵਰਕਿੰਗ ਡੇ ਵੇਟ ਕੀਤੀ ਤੇ ਉਹ ਅਗਲਾ ਵਰਕਿੰਗ ਡੇ ਇੰਨਾ ਮਹੱਤਵਪੂਰਨ ਸੀ ਕਿ ਉਸ ਦਿਨ ਜਿਹੜਾ ਵਿਸ਼ੇਸ਼ ਇਜਲਾਸ ਪੰਜਾਬ ਵਿਧਾਨ ਸਭਾ ਦਾ ਜਿਹੜਾ ਹੈ ਸੀ ਤੇ ਜਦੋਂ ਉਹ ਖਤਮ ਹੁੰਦਾ ਹੈ ਅੱਜ ਦੇ ਬਿਜ਼ਨਸ ਤੋਂ ਬਾਅਦ, ਕਾਰਵਾਈ ਤੋਂ ਬਾਅਦ, ਤਾਂ ਉਦੋਂ ਹੀ ਉਹਨਾਂ ਨੇ ਬਕਾਇਦਾ ਤੌਰ ਦੇ ਉੱਤੇ ਪੰਜਾਬ ਭਵਨ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਇੱਕ ਤਾਂ ਨਵੀਂ ਪਿਰਤ ਪਾਈ, ਇੱਕ ਦੂਜਾ ਜਿਹੜਾ ਨਵਜੋਤ ਸਿੰਘ ਸਿੱਧੂ ਨੇ ਤੁਸੀਂ ਕਹਿ ਰਹੇ ਹੋ ਕਿ ਇਹਦੇ ਪਿੱਛੇ ਨਿਸ਼ਾਨਾ ਕੀ ਹੈ, ਹੋ ਸਕਦਾ ਹੈ ਕਿ ਜਿਹੜੀ 2-3 ਮਹੀਨੇ ਬਾਅਦ ਪੰਜਾਬ ਦੀਆਂ ਚੋਣਾਂ ਹੋ ਰਹੀਆਂ ਨੇ ਉਹਨਾਂ ਦੇ ਵਾਸਤੇ ਜਿਹੜੇ ਨੇ ਨਵੇਂ ਜਿਹੜੇ ਸਤਰੰਜ ਦੇ ਪਿਆਦੇ ਨੇ ਉਹ ਉਹਨਾਂ 'ਚ ਬਦਲਾਅ ਆ ਰਿਹਾ ਹੋਏਗਾ ਕੋਈ, ਜਾਂ ਉਹਨਾਂ ਵਿੱਚੋਂ ਇੱਕ ਦੂਜੇ ਨਾਲ ਕਿਸੇ ਤਰ੍ਹਾਂ ਦੀ ਸੈਟਿੰਗ ਹੋ ਚੁੱਕੀ ਹੋਏਗੀ ਜਿਹੜੀ ਦੀ ਭਿਣਕ ਨਵਜੋਤ ਸਿੱਧੂ ਕਿਉਂਕਿ ਸਰਕਾਰ ਦੇ ਵਿੱਚ ਵੀ ਰਹਿੰਦੇ ਨੇ ਤੇ ਉਹਨਾਂ ਦਾ 15-20 ਸਾਲ ਦਾ ਸਿਆਸੀ ਕੈਰੀਅਰ ਵੀ ਹੋ ਗਿਆ ਤੇ ਦੂਜਾ ਨਵਜੋਤ ਸਿੱਧੂ ਨੂੰ ਮੈਂ ਪਹਿਲੀ ਗੱਲ ਕੀਤੀ ਸੀ ਕਿ ਜਿਸ ਤਰ੍ਹਾਂ ਦੀ ਸ਼ੈਲੀ ਹੈ ਉਹਨਾਂ ਦੀ ਉਹ ਬੜੀ ਮਹੱਤਵਪੂਰਨ ਹੈ। ਉਹ ਜਿਸ ਤਰ੍ਹਾਂ ਬੇਬਾਕ ਹੋ ਕੇ ਉਹ ਗੱਲਾਂ ਵੀ ਕਹਿ ਜਾਂਦੇ ਨੇ ਜਿਨ੍ਹਾਂ ਦਾ ਨੁਕਸਾਨ ਉਹਨਾਂ ਦੀ ਹੀ ਪਾਰਟੀ ਦੀ ਸਰਕਾਰ ਨੂੰ ਹੋਣਾ, ਉਹਨਾਂ ਦੇ ਨਾਲ ਉਹਨਾਂ ਸਾਥੀਆਂ ਨੂੰ ਹੋ ਸਕਦਾ ਹੈ ਜਿਨ੍ਹਾਂ ਨਾਲ ਉਹ ਬੈਠਦੇ ਨੇ ਤੇ ਉਹ ਜਿਹੜੇ ਖਾਸ ਕਰ ਉਹ ਸਾਥੀ ਜਿਹੜੇ ਸਿੱਧੂ ਨਾਲ ਕਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਸੀ। ਮੇਰਾ ਇਸ਼ਾਰਾ ਸਿੱਧਾ ਹੈਗਾ ਕਿ ਜਿਹੜੇ ਹੋਮ ਮਿਨਿਸਟਰ ਨੇ ਆਪਣੇ ਸੁਖਜਿੰਦਰ ਸਿੰਘ ਰੰਧਾਵਾ, ਕਿਉਂਕਿ ਜੋ ਇੱਕ ਗੱਲ ਸਭ ਤੋਂ ਵੱਡੀ ਹੈ ਦੇਖਣ ਵਾਲੀ, ਇਹ ਗੱਲ ਹਾਈ ਕੋਰਟ ਦੇ ਵਿੱਚ ਵੀ ਹੋ ਚੁੱਕੀ ਹੈ ਤੇ ਹਾਈ ਕੋਰਟ ਵੱਲੋਂ ਜਦੋਂ ਪਿਛਲੇ ਐਡਵੋਕੇਟ ਜਨਰਲ ਸੀ ਅਤੁਲ ਨੰਦਾ ਉਦੋਂ ਹੀ ਉਹਨਾਂ ਨੂੰ ਆਪਣੇ ਹੀ ਇੱਕ ਇੰਟਰਵਿਊ ਦੇ ਵਿੱਚ ਐਡਵੋਕੇਟ ਨਵਕਿਰਨ ਸਿੰਘ ਜਿਹੜੇ ਵਿਸਲ ਬਲੋਅਰ ਨੇ ਇਸ ਮਾਮਲੇ ਦੇ ਵਿੱਚ ਅਦਾਲਤ ਦੇ ਵਿੱਚ ਉਹ ਕੇਸ ਉਹਨਾਂ ਨੇ ਪਾਇਆ ਰੀ ਓਪਨਿੰਗ ਦਾ ਕੇਸ, ਕਿ ਉਹਨਾਂ ਨੇ ਅਤੁਲ ਨੰਦਾ ਨੂੰ ਹੀ ਜੱਜ ਸਾਹਿਬ ਨੇ ਕਹਿ ਦਿੱਤਾ ਸੀ ਕਿ ਤੁਹਾਨੂੰ ਅਸੀਂ ਰੋਕਿਆ ਕਦੋਂ ਹੈ ਕਿ ਉਹ ਫਾਈਲ ਖੋਲਣ ਤੋਂ, ਵੀ ਅਸੀਂ ਜਸਟ ਕੇਸ ਦੇ ਉੱਤੇ ਜਿਹੜਾ ਹੈਗਾ ਅਗਲੀ ਸੁਣਵਾਈ ਪਾਈ ਹੋਈ ਹੈ ਅਸੀਂ, ਪਰ ਇਹ ਤਾਂ ਨਹੀਂ ਤੁਹਾਨੂੰ ਕਹਿੰਦੇ ਕਿ ਜਿਹੜੀ ਤੁਸੀਂ ਫਾਈਲ ਜਿਹੜੀ STF ਦੀ ਰਿਪੋਰਟ ਤੁਸੀਂ ਸਾਡੇ ਕੋਲ ਲੈ ਕੇ ਆਏ ਹੋ ਤੇ ਅਸੀਂ ਉਹ ਖੋਲ ਕੇ ਪੜ੍ਹ ਕੇ ਜੱਜਾਂ ਨੇ ਤੇ ਫਿਰ ਉਹਨੂੰ ਸੀਲਬੱਧ ਕਰ ਦਿੱਤਾ ਤੇ ਅਸੀਂ ਤਾਂ ਤੁਹਾਨੂੰ ਕਦੇ ਨਹੀਂ ਕਿਹਾ ਕਿ ਜਿਹੜਾ ਤੁਹਾਨੂੰ ਜਦੋਂ ਸਾਰੀ ਜਾਣਕਾਰੀ ਤੁਹਾਡੀ STF ਨੇ ਜਿਹੜੀ ਹੈਗੀ ਹੈ ਉਹ ਰਿਪੋਰਟ ਤਿਆਰ ਕੀਤੀ ਹੈ ਵੀ ਉਹ ਤੁਸੀਂ ਕਿਉਂ ਨਹੀਂ ਉਸ ਤੇ ਕਾਰਵਾਈ ਕਰ ਰਹੇ। ਤਾਂ ਉਦੋਂ ਵੀ ਇਸ਼ਾਰੇ ਵੱਡੇ ਸੀ, ਉਹ ਜੱਜ ਸਾਹਿਬ ਦੇ ਇਸ਼ਾਰੇ ਵੀ ਵੱਡੇ ਸੀ ਕਿ ਸਰਕਾਰ ਦੀ ਹੀ ਇੱਛਾ ਨਹੀਂ ਹੈ ਇਸ ਕੇਸ ਨੂੰ ਛੇਤੀ ਤੋਂ ਛੇਤੀ ਨਿਬੇੜਨ ਦੀ ਜਾਂ ਕਦੇ ਵੀ ਨਾ ਨਿਬੜੇ। ਸੋ ਇਹ ਉਹ ਸਾਰੀਆਂ ਗੱਲਾਂ ਨੇ ਜਿਹੜੀਆਂ ਨਵਜੋਤ ਸਿੱਧੂ ਨੇ ਅੱਜ ਸਵਾਲ ਕਰਕੇ ਇੱਕ ਤਰ੍ਹਾਂ ਨਾਲ ਵਕੀਲਾਂ ਵਜੋਂ ਜਿਹੜਾ ਹੈਗਾ ਸਵਾਲ ਦਾਗੇ ਨੇ, ਜਿਸ ਤੋਂ ਜ਼ਰੂਰ ਇਹ ਗੱਲ ਹਮੇਸ਼ਾ ਵਾਸਤੇ ਜਾਣੀ ਜਾਂਦੀ ਰਹੇਗੀ ਕਿ ਕੀ ਕਦੋਂ ਹੋਇਆ ਸੀ। ਮੈਂ ਪਹਿਲਾਂ ਕਿਹਾ ਸੀ ਜਿਸ ਸ਼ੈਲੀ ਦੇ ਨੇਤਾ ਨਵਜੋਤ ਸਿੱਧੂ ਨੇ, ਜਿਸ ਸ਼ੈਲੀ ਜੋ ਉਹਨਾਂ ਦੀ ਪੋਲਿਟਿਕਸ ਦੀ ਸ਼ੈਲੀ ਹੈ, ਸਟਾਈਲ ਹੈ, ਉਹ ਬਿਲਕੁਲ ਡਿਫਰੈਂਟ ਹੈ ਤੇ ਉਹ ਗੋਲ ਕਰਨ ਲੱਗੇ ਜਾਂ ਉਹ ਕ੍ਰਿਕਟਰ ਰਹੇ ਨੇ, ਉਹ ਬੈਟ ਘੁਮਾਉਣ ਲੱਗੇ ਇਹ ਵੀ ਨਹੀਂ ਦੇਖਦੇ ਕਿ ਉਸ ਮੇਰੀ ਟੀਮ ਦੀ ਹੀ ਵਿਕਟਾਂ 'ਚ ਵੱਜੇਗਾ, ਮੇਰੀਆਂ ਵਿਕਟਾਂ 'ਚ ਹੀ ਵੱਜੇਗਾ, ਪਰ ਉਹ ਜਿਹੜਾ ਕੰਮ ਕਰ ਜਾਂਦੇ ਨੇ ਉਸ ਨੇ ਜਿਹੜਾ ਹੈਗਾ ਬੜੇ ਡੂੰਘੇ ਅਸਰ ਪਾਣੇ ਨੇ ਤੇ ਬੜੇ ਲੰਮੇ ਸਮੇਂ ਤੱਕ ਇਹ ਚੀਜ਼ਾਂ ਜਿਹੜੀਆਂ ਨੇ ਪਬਲਿਕ ਡੋਮੇਨ 'ਚ ਵਿਚਾਰੀਆਂ ਜਾਣੀਆਂ ਨੇ। ਜੀ ਸਰ, ਜਿਵੇਂ ਤੁਸੀਂ ਕਿਹਾ ਕਿ ਨਵਜੋਤ ਸਿੱਧੂ ਜਿਹੜੇ ਨੇ ਆਪਣੀ ਪਾਰਟੀ ਤੇ ਪਲਟਵਾਰ ਕਰ ਰਹੇ ਨੇ, ਤੁਹਾਨੂੰ ਲੱਗਦਾ ਕਿ ਇਸ ਦਾ ਨੁਕਸਾਨ ਜਿਹੜਾ ਹੈਗਾ ਕਾਂਗਰਸ ਪਾਰਟੀ ਨੂੰ, ਚਰਨਜੀਤ ਚੰਨੀ ਹੋਰਾਂ ਦੇ ਨਾਲ ਕਾਂਗਰਸ ਪਾਰਟੀ ਨੂੰ ਵੀ ਝੱਲਣਾ ਪੈ ਸਕਦਾ? ਨਹੀਂ, ਦੇਖੋ ਨੁਕਸਾਨ ਜਦੋਂ ਵਾਅਦਾ ਕਰਕੇ ਸਰਕਾਰ ਲਿਆਂਦੀ ਹੈ ਕਿ ਉਹ ਨਸ਼ੇ ਦੇ ਦੋਸ਼ੀਆਂ ਨੂੰ, ਬੇਅਦਬੀ ਦੇ ਦੋਸ਼ੀਆਂ ਨੂੰ ਤੇ ਉਹ ਗੋਲੀਕਾਂਡ ਦੇ ਦੋਸ਼ੀਆਂ ਨੂੰ ਲੱਖਾਂ ਪਿੱਛੇ ਦੇ ਦੇਣਗੇ, ਤਾਂ ਜਦੋਂ ਸਰਕਾਰ 'ਚ ਦਿਨ ਹੀ ਗਿਣਤੀ ਦੇ 12, 13, 15, 20, 25, 50 ਰਹਿ ਗਏ ਨੇ ਤਾਂ ਕੋਈ ਪਤਾ ਨਹੀਂ ਕਿੰਦਨ ਚੋਣ ਜਾਬਤਾ। ਪਰ ਚਰਨਜੀਤ ਚੰਨੀ ਅੱਜ ਵੀ ਇਹੀ ਕਹਿ ਰਹੇ ਨੇ, ਆਪਣੇ ਸਟੈਂਡ ਤੇ ਅਟਲ ਨੇ ਕਿ ਜਿਹੜੇ ਬੇਅਦਬੀ ਦਾ ਇਨਸਾਫ ਹੈਗਾ ਉਹਨਾਂ ਦੀ ਇਸ ਸਰਕਾਰ ਵੱਲੋਂ ਹੀ ਦਿੱਤਾ ਜਾਵੇਗਾ। ਪਰ ਤਕਨੀਕੀ ਤੌਰ ਦੇ ਉੱਤੇ ਕਿਸ ਤਰ੍ਹਾਂ ਹੋਏਗਾ ਜਦੋਂ ਸੁਮੇਧ ਸੈਣੀ ਬਲੈਂਕਟ ਬੇਲ ਲੈ ਗਏ ਨੇ ਤੇ ਚੋਣਾਂ ਤੱਕ ਉਹਨਾਂ ਦੇ ਉੱਤੇ ਕੋਈ ਕਿਸੇ ਕਾਰਨ ਉਹਨਾਂ ਨੂੰ ਪੁੱਛਣਾ ਜਾਂ ਗਣਨਾ ਨਹੀਂ ਹੈਗਾ,
ਉਹਦੇ ਖਿਲਾਫ ਕੋਈ SLP ਨਹੀਂ ਪਾਈ ਹੈਗੀ, ਕੋਈ ਕੋਰਟ 'ਚ ਨਹੀਂ ਜਾਇਆ ਗਿਆ ਉਸ ਆਰਡਰ ਦੇ ਖਿਲਾਫ। SIT ਨੇ 6 ਮਹੀਨਿਆਂ 'ਚ ਕੀ ਕੀਤਾ ਹੈ, ਉਹਦਾ ਕੋਈ ਨਤੀਜਾ ਸਾਹਮਣੇ ਨਹੀਂ ਹੈ ਜੀ। ਜੋ STF ਦੀ ਰਿਪੋਰਟ 2.5-3 ਸਾਲਾਂ ਤੋਂ ਬੰਦ ਪਈ ਹੈ, ਜਿਸ ਨੂੰ ਲੈ ਕੇ ਐਡਵੋਕੇਟ ਨਵਕਿਰਨ ਸਿੰਘ ਵਾਰ-ਵਾਰ ਹਾਈ ਕੋਰਟ ਜਾ ਰਹੇ ਨੇ, ਸ਼ਸ਼ੀਕਾਂਤ ਜਾ ਰਹੇ ਨੇ, ਸਾਰੇ ਜਾ ਰਹੇ ਨੇ, ਤਾਂ ਉਸ ਮਾਮਲੇ 'ਚ ਜਦੋਂ ਕੁਝ ਹੋਇਆ ਨਹੀਂ ਤਾਂ ਕਦੋਂ ਕਰੋਗੇ ਫਿਰ? ਇਹ ਤਾਂ ਹੈ ਨਹੀਂ ਕਿ ਇੱਕ ਰਾਤ 'ਚ ਹੀ ਹੋ ਜਾਏਗਾ ਜੀ। ਮਤਲਬ ਪਰ ਜਿਵੇਂ ਚਰਨਜੀਤ ਸਿੰਘ ਚੰਨੀ ਐਕਸ਼ਨ ਮੋਡ 'ਚ ਨਜ਼ਰ ਆ ਰਹੇ ਨੇ, ਲੱਗਦਾ ਜਿਵੇਂ ਪੰਜਾਬ ਦੇ ਲੋਕਾਂ ਨੂੰ ਰਾਹਤ ਦੇ ਰਹੇ ਨੇ, ਬਿਜਲੀ ਸਸਤੀ ਕੀਤੀ, ਪੈਟਰੋਲ ਡੀਜ਼ਲ ਸਸਤਾ ਕੀਤਾ, ਕੀ ਪਤਾ ਬੈਕ ਐਂਡ ਤੇ ਕੰਮ ਚੱਲ ਰਿਹਾ ਹੋਵੇ, ਜਲਦੀ ਹੈ ਜਿਹੜਾ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ। ਸਜ਼ਾ ਦੇਣਾ ਸਰਕਾਰ ਦਾ ਕੰਮ ਤਾਂ ਹੈ ਨਹੀਂ, ਸਜ਼ਾ ਦੇਣਾ ਅਦਾਲਤ ਦਾ ਕੰਮ ਹੈ। ਅਦਾਲਤ 'ਚ ਨੇ ਕਾਗਜ਼ਾਂ ਨੇ ਬੋਲਣਾ, ਅਦਾਲਤ 'ਚ ਰਿਟਾਂ ਨੇ ਬੋਲਣਾ, ਅਦਾਲਤ 'ਚ ਵਕੀਲਾਂ ਨੇ ਬੋਲਣਾ, ਅਦਾਲਤ 'ਚ ਤੁਹਾਡੀਆਂ SIT ਦੀਆਂ ਵਿਸ਼ੇਸ਼ ਰਿਪੋਰਟਾਂ ਨੇ ਬੋਲਣਾ ਜੀ। ਉਹ ਸਾਰੀਆਂ ਚੀਜ਼ਾਂ ਠੰਡੇ ਬਸਤੇ 'ਚ ਪਈਆਂ ਨੇ, ਉਹਨਾਂ ਦੇ ਉੱਤੇ ਕੋਈ ਮਿੱਥੀਆਂ ਤਰੀਕਾਂ ਦੇ ਉੱਤੇ ਕੰਮ ਨਹੀਂ ਹੋਇਆ ਜੀ। ਉਹੀ ਤਾਂ ਗੱਲ ਸਾਰਾ ਜਿਹੜੀ ਜੋ ਦੇਖੋ ਬੇਸਿਕਲੀ ਗੱਲਾਂ ਇਹ ਸਮਝਣ ਦੀਆਂ ਨੇ ਜੀ ਕਿ ਜੇ ਕਿਸੇ ਕੇਸ ਨੂੰ ਕਿਸੇ ਸਿਰੇ ਤੱਕ ਲਾਣਾ ਹੈ ਜੀ ਤਾਂ ਸਹੀ ਸਮੇਂ ਤੇ ਸਹੀ ਮੂਵ ਕਰਨਾ ਪਏਗਾ ਜੀ। ਮਤਲਬ ਸਹੀ ਸਮੇਂ ਦੇ ਉੱਤੇ ਜੇ ਤੁਸੀਂ ਸਹੀ ਮੂਵ ਨਹੀਂ ਕਰ ਰਹੇ ਜੀ ਤਾਂ ਉਸ ਦਾ ਫਾਇਦਾ ਤਾਂ ਜਿਹੜੇ ਉਹ ਲੋਕ ਲੈ ਜਾਣਗੇ ਨਾ। ਦੇਖੋ ਬੇਅਦਬੀ ਦਾ ਤੇ ਗੋਲੀकांड ਦਾ ਜੀ ਦੋਸ਼ੀ ਕੋਈ ਵੀ ਹੋਵੇ, ਚਾਹੇ ਕੋਈ ਮੁੱਖ ਮੰਤਰੀ ਹੋਵੇ, ਚਾਹੇ ਕੋਈ ਡਿਪਟੀ CM ਹੋਵੇ, ਚਾਹੇ ਕੋਈ ਪੁਲਿਸ ਵੱਡਾ ਅਫਸਰ ਹੋਵੇ, ਛੋਟਾ ਹੋਵੇ, ਕੋਈ ਵੀ ਹੋਵੇ, ਉਹਨੂੰ ਸਜ਼ਾ ਤਾਂ ਦਿਵਾਉਣੀ ਪੈਣੀ ਹੈ ਨਾ। ਤੇ ਇਹ ਸਜ਼ਾ ਦਿਵਾਉਣ ਦਾ ਫਾਇਦਾ ਜਿਹੜਾ ਉਹਦਾ ਸਵਾਲ ਸੀ ਕਿ ਕਾਂਗਰਸ ਨੂੰ ਨੁਕਸਾਨ ਹੋਏਗਾ ਜੋ ਨਵਜੋਤ ਸਿੱਧੂ ਕਰ ਰਹੇ ਨੇ। ਮੈਂ ਨਵਜੋਤ ਸਿੱਧੂ ਦਾ ਕੋਈ ਹਿਤੈਸ਼ੀ ਨਹੀਂ ਹੈਗਾ, ਪਰ ਉਹ ਸਜ਼ਾ ਜਦੋਂ ਨਹੀਂ ਮਿਲੀ ਕਿਸੇ ਨੂੰ ਵੀ, ਉਹ ਸਜ਼ਾ ਤਾਂ ਮਿਲੀ ਨਹੀਂ, ਉਹਨਾਂ ਤੇ ਤਾਂ ਚੀਜ਼ਾਂ ਤੇ ਰੋਕਾਂ ਲੱਗ ਗਈਆਂ, ਉਹਨਾਂ ਚੀਜ਼ਾਂ ਦੇ ਉੱਤੇ ਤਾਂ ਸਹੀ ਟਾਈਮ ਦੇ ਉੱਤੇ ਜਿਹੜਾ ਹੈਗਾ ਫਾਈਲਾਂ ਜਿਹੜੀਆਂ ਮੂਵ ਨਹੀਂ ਹੋਈਆਂ, ਰਿਟਾਂ ਨਹੀਂ ਪਈਆਂ, ਉਹਨਾਂ ਚੀਜ਼ਾਂ ਦਾ ਉੱਤੇ ਤਾਂ ਉਹ STF ਸਰਕਾਰ ਜਿਹੜੀ ਹੈਗੀ ਆ, ਸਰਕਾਰ ਹੁਣ ਤੱਕ ਹੀ ਜੇ ਜਨਤਕ ਹੀ ਕਰ ਦਿੰਦੀ ਜਿਹੜੀ STF ਦੀ ਰਿਪੋਰਟ ਹੈ ਤਾਂ ਉਹਨਾਂ ਚੀਜ਼ਾਂ ਦੇ ਉੱਤੇ ਤਾਂ ਹੁਣ ਸਥਿਤੀ ਕੁਝ ਹੋਰ ਹੋਣੀ ਸੀ। ਸਰਕਾਰ ਦਾ ਨੁਕਸਾਨ ਤਾਂ ਇਸ ਗੱਲ 'ਚ ਹੈ ਨਾ ਕਿ ਦੋਸ਼ੀ ਨੂੰ ਸਜ਼ਾ ਨਹੀਂ ਹੋਣਾ। ਕਾਂਗਰਸ ਨੂੰ ਸਭ ਤੋਂ ਵੱਡਾ ਨੁਕਸਾਨ ਹੋਣਾ ਸੀ ਕਿ ਇਸ ਕੇਸ ਦੇ ਵਿੱਚ ਕਿਸੇ ਵੀ ਦੋਸ਼ੀ ਨੂੰ ਜਿਹੜਾ ਸਜ਼ਾ ਹੋਣਾ ਜਾਂ ਉਸ ਦੇ ਉੱਤੇ ਜਿਹੜਾ ਹੈਗਾ ਘੱਟੋ ਘੱਟ ਚਾਰਜ ਸ਼ੀਟ ਚਲੀ ਜਾਣੀ, ਜਾਂ ਉਸ ਦੇ ਉੱਤੇ ਜਿਹੜਾ ਹੈਗਾ ਹੁਣ ਤੱਕ ਚਲੋ ਦੋਸ਼ ਜਿਹੜੇ ਐਦ ਨਾ ਹੋ ਪਾਉਂਦੇ, ਪਰ ਜਿਹੜਾ ਉਹ ਬੰਦੇ ਉਸ ਪਾਸਿਓਂ ਲੜਦੇ ਹੁੰਦੇ ਕਿ ਅਸੀਂ ਬਚਾਣਾ ਹੈ, ਉਹ ਹੁਣ ਇਸ ਪਾਸਿਓਂ ਲੜਦੇ ਨੇ ਕਿ ਅਸੀਂ ਤਾਂ ਬਚੇ ਹੋਏ ਆ। ਸਰਕਾਰ ਨੂੰ ਨੁਕਸਾਨ ਅਸਲੀ ਇਸ ਗੱਲ 'ਚ ਹੈ, ਸਰਕਾਰ ਨੂੰ ਤੋਂ ਵੱਡਾ ਨੁਕਸਾਨ ਕਾਂਗਰਸ ਪਾਰਟੀ ਨੂੰ ਹੈ ਜਿਹੜੀ ਪੂਰੇ ਦੇਸ਼ ਦੇ ਵਿੱਚ ਹਾਸ਼ੀਏ ਤੇ ਲੱਗੀ ਹੋਈ ਹੈ ਤੇ ਪੰਜਾਬ ਦੇ ਵਿੱਚ ਹੀ ਉਹਨਾਂ ਦੀ ਮਜ਼ਬੂਤ ਸਰਕਾਰ ਹੈ। ਤੇ ਪੰਜਾਬ ਵਰਗੇ ਸੂਬੇ ਨੂੰ ਕਾਂਗਰਸ ਲਈ ਜਿਹੜਾ ਹੈਗਾ ਨੁਕਸਾਨ ਝੱਲਣਾ ਸਿਆਸੀ ਤੌਰ ਦੇ ਉੱਤੇ ਤਾਂ ਮੇਰੇ ਖਿਆਲ 'ਚ ਕੌਮੀ ਪੱਧਰ ਦੇ ਉੱਤੇ ਵੀ ਮਹਿੰਗਾ ਪੈ ਸਕਦਾ ਹੈ ਕਾਂਗਰਸ ਨੂੰ। ਇਸ ਕਰਕੇ ਜਿਹੜਾ ਹੈ ਇਹ ਗੱਲ ਬਿਲਕੁਲ ਇਸ 'ਚ ਕੋਈ ਸ਼ੱਕ ਨਹੀਂ ਕਿ ਸਿੱਧੂ ਦੀ ਕਾਰਵਾਈ ਦਾ ਨੁਕਸਾਨ ਜ਼ਰੂਰ ਹੋ ਰਿਹਾ ਹੈ। ਵਿਰੋਧੀ ਸਵਾਲ ਚੱਕ ਰਹੇ ਨੇ, ਮੀਡੀਆ ਸਵਾਲ ਚੱਕ ਰਿਹਾ ਹੈ। ਸਿੱਧੂ ਨੇ ਜਿਸ ਤਰ੍ਹਾਂ ਅੱਜ ਸਾਰੀਆਂ ਚੀਜ਼ਾਂ ਅੰਦਰਲੀਆਂ ਗੱਲਾਂ ਸਾਰੀਆਂ ਬਾਹਰ ਰੱਖੀਆਂ ਜਾਂ ਆਪਣੇ ਤਰੀਕੇ ਨਾਲ ਉਹਨਾਂ ਨੇ ਆਪਣੀ ਜਾਣਕਾਰੀ ਨਾਲ ਜਾਂ ਕਿਸੇ ਵੀ ਤਰ੍ਹਾਂ ਉਹਨਾਂ ਨੇ ਇਹ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ, ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਕੰਮ ਹੋਣਾ ਚਾਹੀਦਾ ਸੀ, ਇਸ ਕਰਕੇ ਇਹ ਨੁਕਸਾਨ ਹੋਣ ਜਾ ਰਿਹਾ ਹੈ। ਤੁਹਾਨੂੰ ਨਹੀਂ ਲੱਗਦਾ ਕਿ ਬੇਅਦਬੀ ਤੇ ਗੋਲੀकांड ਮਾਮਲੇ ਤੇ ਜਿਹੜਾ ਹੈਗਾ ਸਿਰਫ ਰਾਜਨੀਤੀ ਸਾਰੀ ਪਾਰਟੀਆਂ ਵੱਲੋਂ ਕੀਤੀ ਜਾ ਰਹੀ ਹੈ? ਨਵਜੋਤ ਸਿੱਧੂ ਚਾਹੁਣ ਤਾਂ ਜਾ ਕੇ ਆਪਣੇ ਮੁੱਖ ਮੰਤਰੀ ਨਾਲ ਜਾ ਕੇ ਬੈਠ ਕੇ ਜਿਹੜੀ ਹੈ ਸਲਾਹ ਮਸ਼ਵਰਾ ਕਰ ਸਕਦੇ ਸੀਗੇ। ਪਬਲਿਕ ਡੋਮੇਨ 'ਚ ਇਹਨਾਂ ਚੀਜ਼ਾਂ ਨੂੰ ਲਿਆ ਕੇ ਆਪਣੀ ਸਰਕਾਰ ਤੇ ਆਪਣੇ ਮੁੱਖ ਮੰਤਰੀ ਦੇ ਨਿਸ਼ਾਨੇ ਸਾਧਨਾ ਕਿੰਨਾ ਕੁ ਜਾਇਜ਼ ਹੈ? ਨਹੀਂ, ਇਹ ਗੱਲ ਮੈਨੂੰ ਨਾ ਪੁੱਛੇ, ਨਵਜੋਤ ਸਿੱਧੂ ਨੂੰ ਪੁੱਛੋ ਜਿਹੜੇ ਅੱਜ ਕਹਿ ਕੇ ਗਏ ਨੇ ਮੁੱਖ ਮੰਤਰੀ ਤਾਂ ਮੈਂ ਲਵਾਇਆ ਨਹੀਂ, ਇਹਦਾ ਹਾਈ ਕਮਾਨ ਨੇ ਲਵਾਇਆ। ਹਾਂ, ਪਿਛਲਾ ਜਿਹੜਾ ਮੁੱਖ ਮੰਤਰੀ ਉਤਰਵਾਇਆ ਉਹਦੇ 'ਚ ਜ਼ਰੂਰ ਇਹਨਾਂ ਨੇ ਤਿਲ ਫੁੱਲ ਪਾਏ ਨੇ, ਪਰ ਜਿਹੜੇ ਹੁਣ ਦੇ ਮੁੱਖ ਮੰਤਰੀ ਤੋਂ ਤਾਂ ਉਹਨਾਂ ਨੇ ਬਿਲਕੁਲ ਹੀ ਸਪਸ਼ਟ ਕਰ ਦਿੱਤਾ ਨਾ ਕਿ ਮੇਰਾ ਤਾਂ ਕੋਈ ਲਾਗਾ ਦੇਗਾ ਵੀ ਨਹੀਂ। ਇਹ ਵੀ ਪਤਾ ਲੱਗ ਰਿਹਾ ਕਿ ਜਿਹੜੀ ਮੀਟਿੰਗ ਹੋਈ ਆ ਉਸ 'ਚੋਂ ਵੀ ਅੱਧ ਵਿਚਾਲੇ ਬਾਹਰ ਆ ਗਏ। ਸੋ ਜਿਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ ਉਸ 'ਚ ਕਾਂਗਰਸ ਦੀ ਜਿਹੜੀ ਟੌਪ ਲੀਡਰਸ਼ਿਪ ਹੈ, ਖਾਸ ਕਰ ਸਰਕਾਰ ਚਲਾ ਰਹੀ ਲੀਡਰਸ਼ਿਪ ਹੈ, ਨਵਜੋਤ ਸਿੱਧੂ ਸਰਕਾਰ ਦੇ ਵਿੱਚ ਬਤੌਰ MLA ਦਾ ਹਿੱਸਾ ਹਨ ਸਰਕਾਰ ਦਾ, ਚਾਹੇ ਉਹ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਤੇ ਉਹ ਹੁਣ ਆਪਣੇ ਆਪ ਨੂੰ ਕਹਿੰਦੇ ਨੇ ਕਿ ਮੇਰੇ ਕੋਲ ਪ੍ਰਸ਼ਾਸਨਿਕ ਤਾਕਤ ਨਹੀਂ ਹੈ। ਪ੍ਰਸ਼ਾਸਨਿਕ ਤਾਕਤ ਉਹਨਾਂ ਨੇ ਛੱਡੀ ਹੈ। ਫਿਰ ਬਤੌਰ MLA ਨੇ ਤੁਸੀਂ ਕਹਿੰਦੇ ਹੋ, ਬਤੌਰ MLA ਨੇ ਅੱਜ ਵਿਧਾਨ ਸਭਾ ਦਾ ਸੈਸ਼ਨ ਸੀ, ਉਸ 'ਚ ਵੀ ਨਵਜੋਤ ਸਿੱਧੂ ਗੈਰ ਹਾਜ਼ਰ ਰਹੇ, ਕਿਉਂ ਨਹੀਂ ਪਹੁੰਚੇ? ਪ੍ਰੈਸ ਕਾਨਫਰੰਸ ਕਰਨ ਪਹੁੰਚ ਗਏ 11 ਵਜੇ। ਇਹੀ ਤਾਂ ਉਹਨਾਂ ਦੀ ਰਣਨੀਤੀ ਸੀਗੀ ਕਿ ਮੈਂ ਉੱਥੇ ਨਾ ਜਾ ਕੇ ਇਹ ਸ਼ੋਅ ਕਰਨਾ ਕਿ ਮੈਂ ਤੁਹਾਡੇ ਤੋਂ ਨਾਰਾਜ਼ ਹਾਂ। ਇਹ ਨਾਰਾਜ਼ਗੀਆਂ ਦਾ ਦੌਰ ਕਦ ਤੱਕ ਚੱਲੇਗਾ ਪੰਜਾਬ ਕਾਂਗਰਸ ਦੇ ਵਿੱਚ? ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੀ ਇਸੀ ਨਾਰਾਜ਼ਗੀਆਂ ਦੇ ਦੌਰ ਦੇ ਵਿੱਚ ਰਿਜ਼ਲਟ ਨਿਕਲ ਕੇ ਸਾਹਮਣੇ ਆਏ ਕਿ ਹੁਣ ਚਰਨਜੀਤ ਚੰਨੀ ਜਿਹੜੇ ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਨੂੰ ਪਸੰਦ ਆ ਰਹੇ ਨੇ, ਪਰ ਨਵਜੋਤ ਸਿੱਧੂ ਦੀ ਨਾਰਾਜ਼ਗੀਆਂ ਬਰਕਰਾਰ ਹੈ। ਕੀ ਉਹ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਹੈ ਜਾਂ ਕੋਈ ਪਰਸਨਲ ਫਾਇਦਿਆਂ ਨੂੰ ਲੈ ਕੇ ਹੈ? ਦੇਖੋ ਹੁਣ ਜਿਹੜਾ ਇਹ ਸਵਾਲ ਤੁਸੀਂ ਜੋ ਪੁੱਛਿਆ ਹੈ
ਫਾਇਦੇ ਵਾਲੀ ਜਿਹੜੀ ਗੱਲ ਹੋ ਰਹੀ ਹੈ ਜੀ ਚੰਨੀ ਦੀ ਪ੍ਰਸ਼ੰਸਾ ਹੋ ਰਹੀ ਚਾਰੇ ਪਾਸੇ। ਜੀ ਚੰਨੀ ਲੋਕ ਹਿਤੈਸ਼ੀ ਫੈਸਲੇ ਲੈ ਰਹੇ ਨੇ, ਬਿਜਲੀ ਸਸਤੀ, ਪਾਣੀ ਦੇ ਬਿੱਲ ਮਾਫ, ਪੈਟਰੋਲ ਸਭ ਡੀਜ਼ਲ ਤੋਂ ਵੱਡਾ ਸਸਤਾ। ਪੈਟਰੋਲ ਡੀਜ਼ਲ ਉੱਤੇ ਕਿੰਨੇ ਵੱਡੇ ਵੱਡੇ ਫੈਸਲੇ ਨੇ। ਜੀ ਪਰ ਜਿਸ ਤਰ੍ਹਾਂ ਦੀ ਖਿਚੋਤਾਣ ਚੱਲ ਪਈ ਹੈ ਜੀ ਤਾਂ ਮੈਨੂੰ ਇਹ ਵੀ ਖਦਸ਼ਾ ਕਿ ਕਾਂਗਰਸ ਪਾਰਟੀ ਇਹਦਾ ਵੀ ਫਾਇਦਾ ਨਹੀਂ ਲੈ ਸਕੇਗੀ ਜੀ ਜਿਸ ਤਰ੍ਹਾਂ ਦੀ ਸਥਿਤੀ ਬਣ ਗਈ ਜਿਸ ਹੈ। ਤਰ੍ਹਾਂ ਇਸ ਵੇਲੇ ਅੰਦਰੂਨੀ ਕਲੇਸ਼ ਮੁੱਕਣ ਦਾ ਨਾਮ ਨਹੀਂ ਲੈ ਅੰਦਰੂਨੀ ਕਲੇਸ਼ ਮੁੱਕਣ ਦਾ ਨਾਂ ਨਹੀਂ ਲੈਣਾ ਤਾਂ ਹੋਰ ਗੱਲ ਹੁੰਦੀ ਹੈ। ਜੀ, ਜੀ। ਅੰਦਰੂਨੀ ਕਲੇਸ਼ ਤਾਂ ਬਹੁਤ ਹੁੰਦੇ ਜੀ। ਨੇ ਪਾਰਟੀਆਂ ਦੇ ਵਿੱਚ। ਜੀ। ਅੰਦਰੂਨੀ ਕਲੇਸ਼ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਬਹੁਤ ਹਨ ਤੇ ਰਹੇ ਵੀ ਨੇ। ਜੀ। ਆਮ ਆਦਮੀ ਪਾਰਟੀ 'ਚ ਕਿੰਨੇ ਅੰਦਰੂਨੀ ਕਲੇਸ਼ ਨੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਜੀ, ਹੈ, ਜੀ। ਹੈ ਨਾ। ਅੰਦਰੂਨੀ ਕਲੇਸ਼ ਬਾਹਰ ਆ ਰਹੇ ਨੇ, ਬਾਹਰ ਆ ਰਹੇ ਨੇ, ਬਿਲਕੁਲ ਇਹ ਪਬਲਿਕ ਵੱਡੀ ਡੋਮੇਨ ਗੱਲ ਹੈ। ਦੇ ਵਿੱਚ ਆ ਕੇ ਆਪਣੇ ਮੁੱਖ ਮੰਤਰੀ ਨੂੰ ਕਹਿਣਾ ਇਹਦੇ ਲਈ ਜਿਹੜੀ ਜ਼ਿੰਮੇਵਾਰੀ ਜਿਹੜੀ ਹੈਗੀ ਹੈ ਜ਼ਰੂਰ ਤੈਅ ਕਰਨੀ ਪਏਗੀ ਕਿ ਇਸ ਲਈ ਜ਼ਿੰਮੇਵਾਰ ਕੌਣ ਹੈ। ਕੌਣ? ਜੇ ਨਵਜੋਤ ਸਿੱਧੂ ਦਾ ਕੋਈ ਇਸ ਦੋਸ਼ ਹੈ, ਜੀ ਜੇਕਰ ਜਿਸ ਤਰ੍ਹਾਂ ਦੀ ਪਰਸੈਪਸ਼ਨ ਬਣੀ ਹੋਈ ਹੈ ਜੀ। ਕਿ ਨਵਜੋਤ ਸਿੱਧੂ ਜਿਹੜਾ ਹੈਗਾ ਆਪਣੀ ਹੀ ਸਰਕਾਰ ਨੂੰ ਨੁਕਸਾਨ ਪਹੁੰਚਾ ਰਹੇ ਨੇ, ਜੀ ਤਾਂ ਉਹ ਬਿਲਕੁਲ ਸਹੀ ਹੈ। ਨਵਜੋਤ ਸਿੱਧੂ ਦੀ ਜਿਹੜੀਆਂ ਇਹ ਕਾਰਵਾਈਆਂ ਨੇ ਉਹਨਾਂ ਦਾ ਕਾਂਗਰਸ ਪਾਰਟੀ, ਕਾਂਗਰਸ ਸਰਕਾਰ ਨੂੰ ਹੀ ਨੁਕਸਾਨ ਕੁੱਲ ਮਿਲਾ ਕੇ ਸਭ ਤੋਂ ਵੱਧ ਹੋਣਾ ਹੈ। ਪਰ ਹਾਈ ਕਮਾਨ ਫਿਰ ਐਕਸ਼ਨ ਲਵੇ ਨਵਜੋਤ ਸਿੱਧੂ ਦੇ ਖਿਲਾਫ। ਜੀ ਜਦੋਂ ਸਿੱਧੂ ਨੇ ਅੱਜ ਸਿੱਧਾ ਹੀ ਚੈਲੰਜ ਕਰ ਦਿੱਤਾ ਕਿ ਜਾਂ ਤਾਂ ਅਫਸਰ ਬਚਾ ਲਓ, ਜੀ। ਅਫਸਰ ਲਾ ਲਓ, ਜਾਂ ਜਾਂ ਫਿਰ ਆਪਣਾ PPCC PPCC ਦਾ ਪ੍ਰਧਾਨ ਜੀ। ਜਿਹੜਾ ਬਣਾ ਲਓ। ਤਾਂ ਬਹੁਤ ਬਹੁਤ ਧੰਨਵਾਦ ਨੀਲ ਜੀ। ਤੁਸੀਂ ਸੁਣਿਆ ਇਹ ਸਨ ਸਾਡੇ ਨਾਲ ਸਾਡੇ ਪੋਲੀਟੀਕਲ ਐਡੀਟਰ ਨੀਲ ਭਲਿੰਦਰ ਜੀ, ਜਿਨ੍ਹਾਂ ਨਾਲ ਅਸੀਂ ਪੰਜਾਬ ਦੀ ਮੌਜੂਦਾ ਰਾਜਨੀਤੀ ਤੇ ਚਰਚਾ ਕੀਤੀ ਤੇ ਪੰਜਾਬ ਕਾਂਗਰਸ ਦੇ ਵਿੱਚ ਜੋ ਕਲੇਸ਼ ਚੱਲ ਰਿਹਾ, ਜਿਹੜਾ ਇਸ ਵੇਲੇ ਪਬਲਿਕ ਡੋਮੇਨ ਦੇ ਵਿੱਚ ਪਹੁੰਚਿਆ ਹੋਇਆ ਹੈ, ਉਸ ਦੇ ਬਾਰੇ ਵੀ ਖੁੱਲ੍ਹ ਕੇ ਚਰਚਾ ਕੀਤੀ। ਪੰਜਾਬ ਨਾਲ ਜੁੜੀ ਹਰ ਖਬਰ ਵੇਖਣ ਲਈ ਦੇਖਦੇ ਰਹੋ ਸਕਾਈ ਨਿਊਜ਼ ਪੰਜਾਬ।